ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਦਿਨ ਦੇ ਸ਼ੁਭ ਅਵਸਰ ਦੇ ਵਿੱਚ ਮੈਂ ਆਪ ਦੇ ਨਾਲ ਪਰਮੇਸ਼ਰ ਦੇ ਵਚਨ ਦੇ ਨਾਲ ਜੋ ਭਾਗ ਲੈ ਕੇ ਆ ਰਿਹਾ ਹਾਂ, ਉਸ ਦੇ ਨਾਲ ਪ੍ਰਭੂ ਮੈਨੂੰ ਅਤੇ ਆਪ ਨੂੰ ਆਸ਼ੀਸ਼ ਦੇਵੇ। ਇਸ ਤੋਂ ਪਹਿਲਾਂ ਕਿ ਅਸੀਂ ਉਸ ਵਚਨ ਦਾ ਪ੍ਰਕਾਸ਼ਵਾ ਕਰੀਏ, ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਆਪ ਦਾ ਸ਼ੁਕਰਗੁਜ਼ਾਰ ਕਰਦੇ ਹਾਂ ਕਿ ਆਪ ਨੇ ਸਾਨੂੰ ਆਪਣੇ ਪਵਿੱਤਰ ਵਚਨ ਦੇ ਨੇੜੇ ਲਿਆਂਦਾ ਹੈ। ਅੱਜ ਦਾ ਇਹ ਸੁੰਦਰ ਦਿੱਤਾ ਹੈ ਕਿ ਇਸ ਦਿਨ ਵਿੱਚ ਅਸੀਂ ਤੇਰੇ ਸੁੰਦਰ ਵਚਨ ਦੇ ਰਾਹੀਂ ਤੇਰੀ ਸੱਚਾਈ ਨੂੰ ਜਾਣ ਕੇ ਤੇਰੇ ਨਾਮ ਨੂੰ ਮਹਿਮਾ ਅਤੇ ਤੇਰੇ ਨਾਮ ਨੂੰ ਆਦਰ ਦੇ ਸਕੀਏ। ਅਜਿਹਾ ਹੋਣ ਦੇ ਲਈ ਮਦਦ ਕਰ। ਇਸ ਵਚਨ ਨੂੰ ਅਤੇ ਸੁਣਨ ਵਾਲਿਆਂ ਨੂੰ ਆਪਣੀ ਬਰਕਤ ਦੇ। ਇਹ ਸਭੋ ਕੁਝ ਅਸੀਂ ਆਪ ਹੀ ਦੇ ਪਿਆਰੇ ਬੇਟੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਮੈਂ ਵਚਨ ਦਾ ਭਾਗ ਲਿਆ ਹੈ ਉਹ ਲਿਆ ਹੈ ਉਤਪਤੀ ਪੁਸਤਕ, ਉਸ ਦਾ 3 ਅਧਿਆਏ, ਉਸ ਦੀ 15 ਆਇਤ ਦੇ ਵਿੱਚ। ਇੱਥੇ ਲਿਖਿਆ ਹੈ, ਅਤੇ ਤੇਰੇ ਤੇ ਤੀਵੀਂ ਵਿੱਚ ਅਤੇ ਤੇਰੀ ਸੰਤਾਨ ਤੇ ਤੀਵੀਂ ਦੇ ਸੰਤਾਨ ਦੇ ਵਿੱਚ ਮੈਂ ਬੈਰ ਪਾਵਾਂਗਾ। ਉਹ ਤੇਰੇ ਸਿਰ ਨੂੰ ਫੇਵੇਂਗਾ ਅਤੇ ਤੂੰ ਉਹਦੀ ਅੱਡੀ ਨੂੰ ਡੰਗ ਮਾਰੇਗਾ। ਇਹ ਜੋ ਵਚਨ ਅਸੀਂ ਪੜ੍ਹਿਆ ਹੈ, ਇਸ ਵਚਨ ਵਿੱਚ ਪਰਮੇਸ਼ਰ ਪੁੱਤਰ ਪ੍ਰਭੂ ਯਿਸੂ ਮਸੀਹ ਦੀ ਇੱਕ ਮਹਾਨ ਸੱਚਾਈ ਇੱਥੇ ਉਜਾਗਰ ਹੁੰਦੀ ਹੈ ਮਨੁੱਖੀ ਜੀਵਨ ਦੇ ਬਚਾਓ ਦੇ ਲਈ। ਜਦੋਂ ਅਸੀਂ ਇਸ ਵਚਨ ਨੂੰ ਪੜ੍ਹਦੇ ਹਾਂ ਤਾਂ ਇੱਥੇ ਅਸੀਂ ਮਨੁੱਖ ਦਾ ਪਾਪ ਦੇ ਵਿੱਚ ਡਿੱਗਣਾ ਅਤੇ ਪਰਮੇਸ਼ਵਰ ਦਾ ਉਹਨਾਂ ਦੇ ਉੱਤੇ ਸਜ਼ਾ ਦਾ ਮੁਕਰਰ ਕਰਨਾ ਅਤੇ ਤੀਸਰਾ ਪਰਮੇਸ਼ਵਰ ਦੇ ਨਿਆਂ ਦਾ ਇਸ ਜਗ੍ਹਾ ਦੇ ਉੱਤੇ ਮਨੁੱਖੀ ਜੀਵਨ ਦੇ ਉੱਤੇ ਪ੍ਰਗਟ ਹੋਣਾ ਵੇਖਦੇ ਹਾਂ। ਅਸੀਂ ਦੇਖਦੇ ਹਾਂ ਕਿ ਸੱਪ ਨੇ ਹਵਾ ਨੂੰ ਬਾਗ ਦੇ ਹਰੇਕ ਰੁੱਖ ਤੋਂ ਖਾਣ ਬਾਰੇ ਚਲਾਕੀ ਭਰਿਆ ਸਵਾਲ ਕੀਤਾ। ਜਦੋਂ ਕੋਈ ਘਰਾਂ ਦੇ ਵਿੱਚ ਬੰਦੇ ਆਉਂਦੇ ਨੇ, ਕੋਈ ਸਮਾਨ ਵੇਚਣਾ ਹੈ ਜਾਂ ਕੁਝ ਵੀ ਕਰਨਾ ਹੈ, ਤਾਂ ਬੜੇ ਚਲਾਕੀ ਭਰੇ ਤਰੀਕਿਆਂ ਦੇ ਨਾਲ ਉਹ ਸਾਡੇ ਨਾਲ ਗੱਲਾਂ ਕਰਦੇ ਤੇ ਆਪਣਾ ਸਮਾਨ ਸਾਨੂੰ ਦੇ ਜਾਂਦੇ ਆ। ਜਦੋਂ ਸਾਨੂੰ ਉਸ ਸਮਾਨ ਦੀ ਅਸਲੀਅਤ ਦਾ ਪਤਾ ਲੱਗਦਾ ਹੈ ਤਾਂ ਬਹੁਤ ਪਛਤਾਵਾ ਹੋ ਚੁੱਕਾ ਹੁੰਦਾ ਹੈ, ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਇੱਥੇ ਵੀ ਕੁਝ ਇੰਝ ਹੀ ਹੋ ਰਿਹਾ ਹੈ, ਜਿਸ ਨੇ ਉਸ ਦੇ ਮਨ ਵਿੱਚ ਸ਼ੱਕ ਪੈਦਾ ਕਰ ਦਿੱਤਾ। ਕਿਸ ਦੇ? ਹਵਾ ਦੇ ਮਨ ਦੇ ਵਿੱਚ ਸ਼ੱਕ ਪੈਦਾ ਕਰਤਾ। ਕਹਿੰਦੇ ਉਸ ਈਵਨ ਨੇ, ਉਸ ਸ਼ੈਤਾਨ ਨੇ, ਉਸ ਕਾਲ ਨੇ, ਕਿਉਂਕਿ ਉਹਨੇ ਸਵਾਲ ਹੀ ਇਦਾਂ ਦਾ ਕੀਤਾ ਅਤੇ ਉਹਨੇ ਇਹ ਪੈਦਾ ਕਰ ਦਿੱਤਾ ਕਿ ਪਰਮੇਸ਼ਵਰ ਸਹੀ ਹੈ ਵੀ। ਇਸ ਨੇ ਹਵਾ ਨੂੰ ਪਰਮੇਸ਼ਵਰ ਦੇ ਵਚਨ ਵਿੱਚੋਂ ਕੁਝ ਕੱਢਣ ਤੇ ਇਸ ਬਾਰੇ ਵਿੱਚ ਕੁਝ ਪਾਉਣ ਅਤੇ ਨਾਲ ਹੀ ਇਸ ਨੂੰ ਕਮਜ਼ੋਰ ਕਰਨ ਵਾਲੀ ਰਾਹ ਤੇ ਪਾ ਦਿੱਤਾ। ਕੀ ਸੀ ਉਹ ਰਾਹ? ਜਦ ਸੱਪ ਨੇ ਵੇਖਿਆ ਕਿ ਰਾਹ ਖੁੱਲ ਚੁੱਕਾ ਹੈ। ਕੀ ਰਾਹ ਖੁੱਲ ਚੁੱਕਾ ਹੈ? ਕਿ ਹੁਣ ਸ਼ਿਕਾਰ ਮੇਰੇ ਹੱਥ ਦੇ ਵਿੱਚ ਆ ਚੁੱਕਾ ਹੈ। ਸ਼ਿਕਾਰ ਮਤਲਬ ਹੁਣ ਪਰਮੇਸ਼ਵਰ ਦੀ ਆਗਿਆ ਨੂੰ ਤੋੜਨ ਦੇ ਲਈ ਤਿਆਰ ਹੋ ਚੁੱਕਾ ਹੈ। ਇਸ ਸੰਸਾਰ ਦੇ ਬਹੁਤ ਸਾਰੀਆਂ ਛਲੀਏ ਭੋਲੇ ਭਾਲੇ ਲੋਕਾਂ ਨੂੰ ਪਾਪ ਦੇ ਵਿੱਚ ਫਸਾਉਣ ਦੇ ਲਈ ਅਜਿਹੇ ਪ੍ਰਲੋਭਨ ਦਿੰਦੇ ਨੇ, ਅਜਿਹੀਆਂ ਗੱਲਾਂ ਮੋਹਰੇ ਰੱਖਦੇ ਨੇ ਕਿ ਉਹ ਸੱਚਾਈ ਦੇ ਉੱਤੇ ਸ਼ੱਕ ਪੈਦਾ ਕਰਕੇ ਪਾਪ ਦੇ ਵਿੱਚ ਫਸਣ ਦਾ ਯਤਨ ਪੂਰੀ ਤਰ੍ਹਾਂ ਕਰ ਲੈਂਦੇ। ਕੁਛ ਇੱਥੇ ਵੀ ਅਜਿਹਾ ਹੀ ਹੋਇਆ। ਜਦੋਂ ਉਹਨੇ ਦੇਖਿਆ ਰਾਹ ਖੁੱਲ ਚੁੱਕਾ ਹੈ ਤਾਂ ਉਸ ਨੇ ਪਰਮੇਸ਼ਵਰ ਦੇ ਵਚਨ ਦਾ ਇਹ ਕਹਿੰਦੇ ਹੋਏ ਇਨਕਾਰ ਕੀਤਾ ਕਿ ਤੁਸੀਂ ਕਦੇ ਨਾ ਮਰੋਗੇ। ਪਰਮੇਸ਼ਵਰ ਨੇ ਉਤਪਤ 2:17 ਦੇ ਵਿੱਚ ਸਾਫ਼ ਰੀਤੀ ਨਾਲ ਆਖ ਦਿੱਤਾ ਸੀ, ਜਦੋਂ ਤੁਸੀਂ ਇਸ ਭਲੇ ਅਤੇ ਬੁਰੇ ਦੀ ਸਿਆਣ ਦਾ ਫਲ ਖਾਓਗੇ, ਤੁਸੀਂ ਪਰਮੇਸ਼ਰ ਦੇ ਪ੍ਰਤੀ ਅਨਆਗਿਆਕਾਰੀਤਾ ਦਾ ਕੰਮ ਕਰੋਗੇ, ਤੁਸੀਂ ਨਿਸ਼ਚੈ ਮਰੋਗੇ, ਜ਼ਰੂਰ ਮਰੋਗੇ। ਉਹਨੇ
ਦੇਖਿਆ ਕਿ ਹੁਣ ਫਸ ਚੁੱਕੇ ਆ ਮੇਰੇ ਜਾਲ ਦੇ ਵਿੱਚ, ਤਾਂ ਉਹਨੇ ਕੀ ਕਿਹਾ, ਪਰਮੇਸ਼ਵਰ ਦੇ ਵਚਨ ਨੂੰ ਤੋੜਨ ਦੇ ਲਈ, ਬਦਲਣ ਦੇ ਲਈ ਕਿਹਾ ਤੁਸੀਂ ਨਾ ਮਰੋਗੇ। ਪਿਆਰੇ ਅਜ਼ੀਜ਼, ਅੱਜ ਦੇ ਸਮੇਂ ਦੇ ਵਿੱਚ, ਅੱਜ ਦੇ ਦਿਨ ਦੇ ਵਿੱਚ ਸ਼ੈਤਾਨ ਤਰ੍ਹਾਂ ਤਰ੍ਹਾਂ ਦੇ ਪ੍ਰਲੋਭਨ ਦੇ ਕੇ ਸਾਨੂੰ ਪਰਮੇਸ਼ਵਰ ਤੋਂ ਦੂਰ ਕਰਕੇ ਸਾਡੀ ਆਤਮਿਕ ਜ਼ਿੰਦਗੀ ਨੂੰ, ਸਦਾ ਦੀ ਆਤਮਿਕ ਉਸ ਸਜ਼ਾ ਨੂੰ ਬਲਦੀ ਹੋਈ ਅੱਗ ਦੇ ਵਿੱਚ ਧੱਕਣ ਵਾਲਾ ਹੈ, ਜਿੱਥੇ ਹਮੇਸ਼ਾ ਹਮੇਸ਼ਾ ਦੀ ਮੌਤ ਹੈ। ਇੱਥੇ ਕੁਛ ਅਜਿਹਾ ਹੀ ਕਰ ਦਿੱਤਾ। ਔਰ ਇਹ ਸ਼ੱਕ, ਇਹ ਇਨਕਾਰ, ਇਹ ਅੱਧੀਆਂ ਸੱਚਾਈਆਂ, ਝੂਠ, ਅਣਆਗਿਆਕਾਰੀਤਾ, ਇਹਨਾਂ ਸਭਨਾਂ ਨੇ ਮਿਲ ਕੇ ਡੇਗੇ ਜਾਣ ਵਿੱਚ ਅਗਵਾਈ ਕੀਤੀ ਹੈ ਆਦਮ ਅਤੇ ਹਵਾ ਦੀ। ਇੱਕ ਵਾਰ ਫਿਰ ਮੈਂ ਦੱਸ ਰਿਹਾ, ਸ਼ੱਕ, ਇਨਕਾਰ, ਅੱਧੀਆਂ ਸੱਚਾਈਆਂ, ਝੂਠ, ਅਣਆਗਿਆਕਾਰੀ, ਇਹਨਾਂ ਸਭਨਾਂ ਨੇ ਮਿਲ ਕੇ ਡੇਗੇ ਜਾਣ ਵਿੱਚ ਅਗਵਾਈ ਕੀਤੀ ਹੈ। ਤੇ ਅੱਜ ਵੀ ਈਵਲਸ, ਸ਼ੈਤਾਨ, ਇਹ ਹਥਿਆਰ ਅਵਿਸ਼ਵਾਸੀ ਲੋਕਾਂ ਦੇ ਵਿੱਚ, ਵਿਸ਼ਵਾਸੀ ਲੋਕਾਂ ਦੇ ਵਿੱਚ, ਉਹਨਾਂ ਦੇ ਆਤਮਿਕ ਸਤਰ ਨੂੰ ਹਮੇਸ਼ਾ ਦੀ ਮੌਤ ਵਿੱਚ ਲਿਜਾਣ ਦੇ ਲਈ ਇਸਤੇਮਾਲ ਕਰ ਰਿਹਾ ਹੈ। ਅਸੀਂ ਬਚ ਕਿੱਦਾਂ ਸਕਦੇ? ਅਸੀਂ ਇਸ ਗੱਲ ਦੇ ਉੱਤੇ ਕਿਸ ਤਰ੍ਹਾਂ ਆਪਣੇ ਜੀਵਨ ਨੂੰ ਬਚਾ ਸਕਦੇ ਹਾਂ? ਮੈਂ ਇਸ ਦਾ ਖੁਲਾਸਾ ਆਪ ਦੇ ਅੱਗੇ ਕਰਾਂਗਾ। ਉਹ ਤੇਰੇ ਸਿਰ ਨੂੰ ਫੇਵੇਗਾ ਅਤੇ ਉਹਦੀ ਅੱਡੀ ਨੂੰ ਡੰਗ ਮਾਰੇਗਾ। ਆਦਮ ਅਤੇ ਹਵਾ ਨੇ ਜਦੋਂ ਡਿੱਗ ਗਏ, ਆਦਮ ਅਤੇ ਹਵਾ ਨੇ ਜਦ ਇਹ ਅਹਿਸਾਸ ਹੋ ਚੁੱਕਾ ਕਿ ਕੀ ਹੋ ਗਿਆ, ਕੀ ਵਾਪਰ ਗਿਆ ਸਾਡੇ ਕੋਲ, ਅਸੀਂ ਗਲਤੀ ਕਰ ਲਈ ਹੈ, ਤੇ ਉਹਨਾਂ ਨੇ ਆਪਣੀ ਸੱਚਾਈ ਨੂੰ, ਆਪਣੇ ਆਪ ਨੂੰ, ਉਸ ਜੋ ਉਹਨਾਂ ਨੇ ਅਪਰਾਧ ਕੀਤਾ ਉਸ ਨੂੰ ਛੁਪਾਉਣ ਦੇ ਲਈ ਅੰਜੀਰ ਦੇ ਪੱਤਿਆਂ ਨੂੰ ਸਿਉਂ ਕੇ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਸਹੀ ਠਹਿਰਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਲੁਕੇ ਨਾ ਰਹਿ ਸਕੇ, ਲੁਕੇ ਨਾ ਰਹਿ ਸਕੇ। ਉਹਨਾਂ ਦੀਆਂ ਸਵੈ ਕੋਸ਼ਿਸ਼ਾਂ ਨੇ ਮਦਦ ਨਾ ਕੀਤੀ, ਇਸ ਲਈ ਉਹਨਾਂ ਆਪਣੇ ਆਪ ਨੂੰ ਪਰਮੇਸ਼ਵਰ ਤੋਂ ਛੁਪਾ ਲਿਆ। ਜਦੋਂ ਸੰਝ ਦੇ ਵੇਲੇ ਪਰਮੇਸ਼ਵਰ ਆਇਆ, ਬਾਈਬਲ ਦੇ ਤੀਸਰੇ ਅਧਿਆਇ 'ਚ ਅਸੀਂ ਪੜ੍ਹਦੇ ਹਾਂ, ਤਾਂ ਪਰਮੇਸ਼ਵਰ ਨੇ ਆਵਾਜ਼ ਮਾਰੀ, ਐ ਆਦਮ, ਐ ਆਦਮ, ਤੂੰ ਕਿੱਥੇ ਹੈ? ਉਸਨੇ ਆਪਣੇ ਆਪ ਨੂੰ ਛੁਪਾ ਲਿਆ। ਉਸਨੇ ਕੀ ਕਿਹਾ? ਮੈਂ ਲੁਕਿਆ ਹੋਇਆ ਹਾਂ ਤੇਰੇ ਡਰ ਤੋਂ। ਅੱਗੇ ਤਾਂ ਪਰਮੇਸ਼ਵਰ ਦੇ ਸਾਹਮਣੇ ਗੱਲਾਂ ਕਰਦਾ ਸੀ, ਅੱਗੇ ਤਾਂ ਪਰਮੇਸ਼ਵਰ ਦੇ ਨਾਲ ਬੈਠਦਾ ਸੀ, ਅੱਗੇ ਤਾਂ ਪਰਮੇਸ਼ਵਰ ਦੀ ਮਹਿਮਾ ਦੇ ਵਿੱਚ ਹੁੰਦਾ ਸੀ, ਪਰ ਹੁਣ ਉਹ ਲੁਕ ਗਿਆ। ਜਦੋਂ ਸਾਡੇ ਵਿੱਚੋਂ ਸੱਚਾਈ ਜਾਂਦੀ ਰਹਿੰਦੀ ਹੈ, ਜਦੋਂ ਸਾਡੇ ਵਿੱਚ ਪਾਪ ਆ ਜਾਂਦਾ ਹੈ, ਜਦੋਂ ਝੂਠ ਸਾਡੇ ਉੱਤੇ, ਸਾਨੂੰ ਆਪਣੇ ਵਸ ਵਿੱਚ ਲੈ ਲੈਂਦਾ ਹੈ, ਤਦ ਅਸੀਂ ਆਪਣੇ ਆਪ ਨੂੰ ਉਸ ਸੱਚਾਈ ਤੋਂ ਲੁਕਾਉਂਦੇ ਹਾਂ, ਛੁਪਾਉਂਦੇ ਹਾਂ। ਇਹ ਗੱਲ ਸੱਚ ਹੈ, ਔਰ ਇਹ ਮੈਂ ਵੇਖਦਾ ਵੀ ਹਾਂ। ਬਹੁਤੇ ਲੋਕ ਉਸ ਸੁਭਾਅ ਨੂੰ ਅੱਜ ਵੀ ਆਪਣੇ ਵਿੱਚ ਲੈ ਕੇ ਚੱਲ ਰਹੇ। ਜਿਸ ਤਰ੍ਹਾਂ ਆਦਮ ਨੇ ਆਪਣੇ ਆਪ ਦੀਆਂ ਕੋਸ਼ਿਸ਼ਾਂ ਦੇ ਨਾਲ ਪਰਮੇਸ਼ਵਰ ਦੇ ਅੱਗੇ ਸੱਚ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਸੱਚ ਕਰ ਨਾ ਸਕਿਆ, ਤੇ ਉਸ ਨੇ ਉਸ ਸੱਚ ਤੋਂ ਭੱਜਣ ਦੇ ਲਈ ਆਪਣੇ ਆਪ ਨੂੰ ਲੁਕਾ ਲਿਆ, ਲੁਕਾ ਲਿਆ। ਆਦਮ ਨੂੰ ਜੋ ਅਸਲ ਵਿੱਚ ਜਵਾਬਦੇਹ ਸੀ, ਇੱਕ ਸਵਾਲ ਕਰਨ ਦੇ ਨਾਲ ਪਰਮੇਸ਼ਵਰ ਨੇ ਸਭ ਕੁਝ ਪ੍ਰਗਟ ਕਰ ਦਿੱਤਾ। ਸਿਰਜਣਹਾਰ ਹੀ ਧਰਮੀ ਨਿਆਂਕਾਰ ਹੈ, ਅਤੇ ਉਸ ਨੇ ਪਹਿਲਾਂ ਸੱਪ ਨੂੰ ਹੀ ਸਜ਼ਾ ਸੁਣਾਈ, ਜਿਹਨੇ ਉਹਨਾਂ ਦੇ ਜੀਵਨ ਦੇ ਵਿੱਚ
इस शक नूं, इस इनकार नूं, इस अद्धी सच्चाई नूं, झूठ नूं, अनआग्याकारिता नूं उन्हां दे मन दे विच, उन्हां दे जीवन दे विच भर दित्ता सी। उस नूं सब तो पहला परमेश्वर ने सजा सुनाई, क्योंकि वह न्यायकार है, क्योंकि वह धर्मी है। जिहड़ा गलत करता है वह उस नूं सजा दिंदा है। इस करके बाणी दे विच लिखिया है, परमेश्वर दे न्याय दे विच पक्षपात नहीं। भावें ਉਹਦਾ किन्ना भी ਵੱਡਾ धर्मी जन होवे, ਉਹ ਉਹਨੂੰ भी बख्शदा नहीं ਜਦੋਂ गलती करता है, क्योंकि परमेश्वर धर्मी न्यायी है। इसने मतलब कि इस गल ने अज दी हैरानीजनक आयत नूं जो मैं आप दे अगे लई है, उस नूं बड़ी गंभीरता दे नाल परमेश्वर ने मेरे अते आप दे विच प्रगट कीता है। एक छोटे जे वाक नाल परमेश्वर ने औरत अते सप दे विचाले अते इन्हां दोहां दी संतान दे विचाले विरोध दी गल कही। असी जो पढ़ रहे हैं की कह रहा, तेरे अते तीमी विच, तेरी संतान ते तीमी दी संतान विच मैं बैर पावांगा। विरोध दी गल कही। औरत दी संतान दा संकेत खुदावंद दे भेत वल है। वो की है? जदों असी यशाया 9:6 पढ़ते हैं कि तुहाडे लई एक पुत्र पैदा होवेगा, जिस दे मोढियां दे उत्ते राज होवेगा। वो अद्भुत, सलाहू, अचरज, पराक्रमी, शांति दा राजकुमार होवेगा। वो उत्थे जाके प्रगट हुंदा है। तीवीं तो खुदावंद दी संतान जड़ी है इस भेत नूं प्रगट करती है। उस मसीह वल जो समा पूरा होण ते औरत तो जम्मण दे द्वारा आया, जिस दे बारे असी गलातियां 4:4 दे विच पढ़दे हैं। जदों समा पूरा होया तां ओह साडे विच प्रगट होया। काहदे लई? ओहदे सिर नूं फेण दे लई। मैं पाप दे विच डिग्या सी। ਇਹਦਾ मतलब की है? इस पूरे खंड का मतलब की है? परमेश्वर की योजना सर्वत मनुख जाति नूं बचाउण दी। परमेश्वर की योजना सर्वत मनुख जाति नूं बचाउण दी। जो इत्थे परमेश्वर ने एक आदम अते हवा दे पाप तो जो सृष्टि दे विच फैलिया, उस नूं मिटाउण दे लई प्रगट कीती है। परमेश्वर ने भी मसीह दे दियां दो आमदां दे बारे संकेत दिता, एक कमजोरी विच, दूसरी शक्ति दे नाल, जबकि दोहां दी निशानी जित ही होवेगी। पहली आमद जिहड़ी असी देखदे हां, कमजोरी विच जित, कमजोरी विच जित, एक नैतिक जित सी जिस दा अंत सलीब दे अथाह दुखां दे नाल होया। एक कमजोरी विच सी। प्रभु यसू मसीह जदों गतसमनी दे बगीचे विच आखिरी पलां दे विच प्रार्थना कर रहे सी, जदों उन्हां मेरे अते आप दे पाप दा भार सलीब दे उत्ते चुक्या, उस वेले उसने ये गल कही अपने चेलियां, शरीर तां कमजोर है, आत्मा प्रबल है। कमजोरी दे विच जित प्राप्त करना। शैतान ने की सोचा जदों प्रभु यसू मसीह ने कालवरी क्रूस दे उत्ते कहा पूरा होया, उन्हें की सोचा? उन्हें सोचा लै मैं जित गया, हराता मैं। पर जदों प्रभु यसू मसीह परमेश्वर की समर्थ नाल मुर्दियां विचों तीसरे दिन जी उठिया,
तद उसने उसकी खोपड़ी नूं विन सुटिया, फेर दिता। उसने उसकी हड्डी नूं डंगिया कालवरी क्रूस के उत्ते। क्योंकि यही गल कुरंथियां पहला कुरंथियां 15 अध्याय दे विच जदों 54 तो 57 तक पढ़ते हैं तो पता लगता है। उत्थे कहता है पौलुस रसूल परमेश्वर की आत्मा की आवाज़ कहता है, ऐ मौत तेरा डंक किथे है? मौत फतेह दी बुरकी हो गई। धन्नवाद है साडे प्रभु यसु मसीह दा जेड़ा सानू मसीह यसु दे विच फतेह बख्शदा है। मौत उत्ते फतेह बख्शदा है। ਜਿਹੜੀ मौत मेरे जीवन ਦੇ ਵਿੱਚ ਆ ਸਕੀ ਸੀ, ਜਿਹੜੀ मौत ਮੈਨੂੰ रोज सताਉਂਦੀ ਸੀ, ਜਿਹੜੀ मौत ਮੈਨੂੰ परमेश्वर ਦੇ ਵਿਛੋੜੇ ਤੋਂ ਦੂਰ ਲੈ ਕੇ ਜਾਂਦੀ ਸੀ, ਉਸ मौत ਨੂੰ प्रभु ਯਿਸੂ ਮਸੀਹ ਨੇ ਕਾਲਵਰੀ ਕਰੂਸ ਦੇ ਉੱਤੇ ਮੇਰੇ ਸਾਰੇ ਗੁਨਾਹਾਂ ਦਾ ਕਰਜ਼ ਚੁਕਾ ਕੇ ਮੁਰਦਿਆਂ ਵਿੱਚੋਂ ਜੀ ਉੱਠ ਕੇ ਮੈਨੂੰ ਫਤਿਹ ਦੇ ਦਿੱਤੀ। ਹੁਣ ਮੈਂ ਮੁਰਦਾ ਨਹੀਂ, ਹੁਣ ਮੈਂ ਯਿਸੂ ਮਸੀਹ ਵਿੱਚ ਜਿਉਂਦਾ ਹਾਂ। ਗਲਾਤੀਆਂ 2:20 ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਪ੍ਰਭੂ ਯਿਸੂ ਮਸੀਹ ਦੀ ਸਾਮਰਥ ਨੂੰ ਪੌਲੁਸ ਰਸੂਲ ਇਸ ਤਰ੍ਹਾਂ ਕਹਿੰਦਾ, ਹੁਣ ਮੈਂ ਜਿਉਂਦਾ ਨਹੀਂ, ਮੇਰੇ ਵਿੱਚ ਮਸੀਹ ਜਿਉਂਦਾ ਹੈ, ਜਿਨ ਮੇਰੇ ਨਾਲ ਪਿਆਰ ਕੀਤਾ ਅਤੇ ਆਪਣੇ ਆਪ ਨੂੰ ਮੇਰੇ ਲਈ ਦੇ ਦਿੱਤਾ। ਹੁਣ ਜੋ ਮੈਂ ਜੀਵਨ ਭੋਗਦਾ ਹਾਂ ਉਸ ਦੇ ਪ੍ਰੇਮ ਦੇ ਵਿੱਚ ਭੋਗਦਾ ਹਾਂ। ਕਿੰਨੀ ਵੱਡੀ ਗੱਲ ਹੈ। ਇਹਦਾ ਮਤਲਬ ਇਹ ਉਹ ਦੂਸਰੀ ਸ਼ਕਤੀ ਹੈ ਜਿਹੜੀ ਕਮਜ਼ੋਰੀ ਵਿੱਚ ਮੈਨੂੰ ਜਿੱਤ ਦਿੰਦੀ ਹੈ ਪ੍ਰਭੂ ਯਿਸੂ ਮਸੀਹ ਵਿੱਚ। ਪ੍ਰਭੂ ਯਿਸੂ ਮਸੀਹ ਨੇ ਕਾਲਵਰੀ ਕਰੂਸ ਤੱਕ ਸੱਚ ਦਾ ਹੀ ਸਾਥ ਦਿੱਤਾ ਔਰ ਸੱਚ ਨੂੰ ਇਸ ਦੁਨੀਆ ਦੇ ਸੰਸਾਰ ਨੇ ਉਸ ਨੂੰ ਤਸੀਹੇ ਦੇ ਕੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਹਾਰਿਆ ਨਹੀਂ। ਇਹਦਾ ਮਤਲਬ ਕਮਜ਼ੋਰੀ ਵਿੱਚ ਜਿੱਤ। ਮੇਰੇ ਪ੍ਰਭੂ ਨੇ ਸੱਚ ਵਿੱਚ ਖੜੇ ਰਹਿਣਾ ਹੈ, ਮਰਨ ਤੱਕ ਪ੍ਰਭੂ ਸਾਨੂੰ ਜਿੱਤ ਦੇਵੇਗਾ। ਉੱਥੇ ਉਸਨੇ ਦੁਸ਼ਮਣ ਉੱਤੇ ਅਤੇ ਉਸ ਦੀ ਸਾਰੀ ਤਾਕਤ ਉੱਤੇ ਫਤਿਹ ਹਾਸਲ ਕੀਤੀ। ਕਾਲਵਰੀ ਕਰੂਸ ਤੇ ਸਲੀਬ ਦੀ ਮੌਤ ਦੇ ਦੁਆਰਾ ਮਸੀਹ ਨੇ ਉਹਨੂੰ ਬਲਹੀਨ ਕਰ ਦਿੱਤਾ। ਕਿਹਨੂੰ? ਸ਼ੈਤਾਨ ਦੇ ਡੰਗ ਨੂੰ। ਉਹਨੂੰ ਅਮਰਤਾ ਦੇ ਵਿੱਚ ਮੇਰੇ ਜੀਵਨ ਵਿੱਚ ਬਦਲ ਦਿੱਤਾ। ਕਿੰਨੀ ਅਦਭੁਤ ਗੱਲ ਹੈ। ਪ੍ਰਭੂ ਯਿਸੂ ਮਸੀਹ ਨੇ ਯੋਹੰਨਾ ਦੀ ਅੰਜੀਲ 11:25 ਦੇ ਵਿੱਚ ਆਖਿਆ, ਜਿਹੜਾ ਮੇਰੇ ਵਿੱਚ ਮਰ ਵੀ ਜਾਏ ਉਹ ਫਿਰ ਵੀ ਜੀਵੇਗਾ। ਇਹਦਾ ਮਤਲਬ ਉਹਨੇ ਮੈਨੂੰ ਜਿੱਤ ਦੇ ਦਿੱਤੀ। ਉਹਨੇ ਉਹਦੇ ਸਿਰ ਨੂੰ ਫੇਕ ਕੇ ਮੈਨੂੰ ਮੁਕੰਮਲ ਫਤਿਹ ਦਿੱਤੀ। ਮੁਕੰਮਲ, ਅੱਧੀ ਨਹੀਂ, ਪੂਰੀ ਫਤਿਹ ਦਿੱਤੀ। ਜਿਸ ਦੇ ਵਸ ਵਿੱਚ ਮੌਤ ਸੀ ਅਤੇ ਉਸ ਨੇ ਆਪਣੀ ਜਿੱਤ ਦਾ ਪ੍ਰਗਟਾਵਾ ਉਸ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਦੁਆਰਾ ਕੀਤਾ। ਜਲਦ ਹੀ ਔਰਤ ਦੀ ਸੰਤਾਨ ਜਿਸ ਦੀ ਅੱਡੀ ਨੂੰ ਤੋੜਿਆ ਗਿਆ, ਉਹ ਸ਼ੈਤਾਨ ਅਤੇ ਮੌਤ ਉੱਪਰ ਆਪਣੀ ਫਤਿਹ ਨੂੰ ਖੁੱਲ੍ਹੇਆਮ ਪ੍ਰਗਟ ਕਰੇਗਾ ਜਦੋਂ ਬਦਲਾ ਤੇ ਆਵੇਗਾ। ਜਦੋਂ ਬਦਲਾ ਤੇ ਆਵੇ, ਹਰ ਇੱਕ ਅੱਖ ਨੂੰ ਦੇਖੇਗੀ। ਜਿਹੜੇ ਮਸੀਹ ਵਿੱਚ ਮੁਰਦਿਆਂ ਪਹਿਲਾਂ ਜੀ ਉੱਠਣਗੇ ਅਤੇ ਅਸੀਂ ਬਾਅਦ ਵਿੱਚ ਬਦਲਾ ਵਿੱਚ ਉਹਦੇ ਨਾਲ ਹਵਾ ਵਿੱਚ ਉਠਾਇਆ ਖੁੱਲ੍ਹਮ ਖੁੱਲ੍ਹਾ ਪ੍ਰਗਟ ਕਰੇਗਾ। ਪਰਮੇਸ਼ਵਰ ਦੀ ਵਡਿਆਈ ਹੋਵੇ। ਉਸ ਦੀ ਦੂਸਰੀ ਆਮਦ ਸੱਪ ਦੀ ਸਿਰੀ ਨੂੰ ਫੇਵੇਗਾ। ਮੈਂ ਉਸ ਜਿਉਂਦੀ ਆਸ ਦੇ ਵਿੱਚ ਦਿਨ ਪ੍ਰਤੀ ਦਿਨ ਮਸੀਹ ਯਿਸੂ ਦੇ ਵਿੱਚ ਜੀਵਨ ਬਤੀਤ ਕਰ ਰਿਹਾ, ਕਿਉਂਕਿ ਉਹਨੇ ਆਪਣੀ ਸਲੀਬ ਦੇ ਰਾਹੀਂ ਕਮਜ਼ੋਰੀ ਦੇ ਵਿੱਚ ਮੈਨੂੰ ਜਿੱਤ ਦਿੱਤੀ ਹੈ। ਉਹ ਆਪ ਨੂੰ ਵੀ ਜਿੱਤ ਦੇਣਾ ਚਾਹੁੰਦਾ ਹੈ। ਉਹ ਆਪ ਨੂੰ ਵੀ ਇਸ ਸ਼ੱਕ, ਇਨਕਾਰ, ਅੱਧੀਆਂ ਸੱਚਾਈਆਂ, ਝੂਠ
ਅਣਆਗਿਆਕਾਰੀਤਾ ਤੋਂ ਆਪ ਨੂੰ ਸ਼ਿਫਾ, ਆਪ ਨੂੰ ਜੀਵਨ ਦੇਣਾ ਚਾਹੁੰਦਾ ਹੈ। ਆਪ ਨੂੰ ਉਸ ਹਮੇਸ਼ਾ ਦੀ ਫਤਿਹ ਵਿੱਚ ਲੈ ਕੇ ਜਾਣਾ ਚਾਹੁੰਦਾ ਹੈ ਜਿੱਥੇ ਹਮੇਸ਼ਾ ਪਰਮੇਸ਼ਵਰ ਜੀਵੰਤ ਹੈ ਔਰ ਜਿਸ ਦੇ ਨਾਲ ਮੇਰਾ ਹਮੇਸ਼ਾ ਦੇ ਨਾਲ ਰਾਜ ਹੋਵੇਗਾ। ਪਰਮੇਸ਼ਵਰ ਆਪ ਨੂੰ ਉਸ ਵਿੱਚ ਲੈ ਜਾਣਾ ਚਾਹੁੰਦਾ ਹੈ। ਉਹ ਮੈਨੂੰ ਲੈ ਕੇ ਗਿਆ ਹੈ। ਹੋਰ ਭਾਈ ਜਿਨ੍ਹਾਂ ਨੂੰ ਉਹਨੇ ਸਵੀਕਾਰ ਕੀਤਾ ਹੈ ਉਹਨਾਂ ਨੂੰ ਲੈ ਕੇ ਗਿਆ ਹੈ। ਉਹਨਾਂ ਨੂੰ ਲੈ ਜਾਣ ਦਾ ਉਸਨੇ ਵਾਅਦਾ ਕੀਤਾ ਹੈ ਕਿ ਤੁਸੀਂ ਜਾਣਾ ਚਾਹੁੰਦੇ ਹੋ। ਜੇ ਜਾਣਾ ਚਾਹੁੰਦੇ ਹੋ ਤਾਂ ਅੱਜ ਹੀ ਤੁਸੀਂ ਸਵੀਕਾਰ ਕਰੋ, ਪ੍ਰਭੂ ਮੈਂ ਜਾਣ ਲਿਆ ਹੈ ਕਿ ਤੂੰ ਮੇਰੇ ਪਾਪੀ ਦੇ ਲਈ ਜੋ ਗੁਨਾਹ ਸਾਡੇ ਬਾਬੇ ਆਦਮ ਨੇ ਕੀਤਾ, ਸਾਡੇ ਅੰਦਰ ਜੋ ਸ਼ੱਕ ਭਰਿਆ ਇਸ ਦੁਨੀਆ ਦੇ ਈਸ਼ਵਰ ਨੇ, ਸਾਡੇ ਅੰਦਰ ਅਣਆਗਿਆਕਾਰੀਤਾ ਲਿਆਂਦੀ, ਸਾਡੇ ਵਿੱਚ ਅੱਧੀ ਸੱਚਾਈ ਦਿੱਤੀ ਔਰ ਸਾਨੂੰ ਪਰਮੇਸ਼ਵਰ ਤੋਂ ਦੂਰ ਕੀਤਾ। ਪਰ ਆਪ ਨੇ ਆਪਣੇ ਪਿਆਰੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਇਹ ਸਭ ਗੱਲਾਂ ਨੂੰ ਕਾਲਵਰੀ ਕਰੂਸ ਦੇ ਉੱਤੇ ਮੇਧ ਕੇ ਉਸ ਦੇ ਪਵਿੱਤਰ ਲਹੂ ਦੇ ਨਾਲ ਸਾਡੀ ਆਤਮਾ ਨੂੰ ਜੋ ਦੱਬੀ ਹੋਈ ਸੀ ਜੀਵੰਤ ਕੀਤਾ ਕਿ ਅਸੀਂ ਤੇਰੇ ਨਾਲ ਜੀਵੰਤ ਹੋ ਕੇ ਹਮੇਸ਼ਾ ਹਮੇਸ਼ਾ ਦੇ ਲਈ ਤੇਰੇ ਸਵਰਗ ਰਾਜ ਵਿੱਚ ਪਾਏ ਜਾਈਏ। ਪ੍ਰਭੂ ਮੈਂ ਤੇਰੇ ਕੀਤੇ ਹੋਏ ਇਸ ਕਾਰਜ ਦੇ ਉੱਤੇ ਵਿਸ਼ਵਾਸ ਕਰਦਾ ਹਾਂ। ਜੇ ਤੁਸੀਂ ਇਸ ਤਰ੍ਹਾਂ ਕਰਦੇ ਹੋ ਪਿਆਰੋ, ਤੁਸੀਂ ਪਰਮੇਸ਼ਵਰ ਦੀ ਸੰਤਾਨ ਬਣ ਜਾਂਦੇ ਹੋ ਅਤੇ ਉਸ ਦੇ ਰਾਜ ਵਿੱਚ ਸ਼ਾਮਲ ਹੋ ਜਾਂਦੇ, ਕਿਉਂਕਿ ਬਾਣੀ ਦੇ ਵਿੱਚ ਲਿਖਿਆ ਹੈ ਜਿਨ੍ਹਾਂ ਨੇ ਉਸ ਨਾਮ ਨੂੰ ਸਵੀਕਾਰ ਕੀਤਾ ਉਸ ਨੇ ਉਹਨਾਂ ਨੂੰ ਪਰਮੇਸ਼ਵਰ ਦੀ ਸੰਤਾਨ ਹੋਣ ਦਾ ਹੱਕ ਦਿੱਤਾ। ਪਰਮੇਸ਼ਵਰ ਆਪ ਨੂੰ ਇਹ ਹੱਕ ਦੇਣਾ ਚਾਹੁੰਦਾ ਹੈ ਸਵਰਗ ਰਾਜ ਦੇ ਵਿੱਚ ਲਿਜਾਉਣ ਦੇ ਲਈ। ਜੇ ਤੁਸੀਂ ਇਸ ਹੱਕ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਅੱਜ ਹੀ ਉਸ ਨੂੰ ਸਵੀਕਾਰ ਕਰੋ। ਜੇ ਤੁਸੀਂ ਇਸ ਹੱਕ ਨੂੰ ਪ੍ਰਾਪਤ ਕਰ ਚੁੱਕੇ ਹੋ ਤਾਂ ਉਸ ਦੇ ਵਚਨ ਦੇ ਅਨੁਸਾਰ ਦਿਨ ਪ੍ਰਤੀ ਦਿਨ ਉਸ ਦੀ ਜਿਉਂਦੀ ਆਸ ਦੇ ਵਿੱਚ ਆਪਣੇ ਆਪ ਨੂੰ ਵਧਣ ਦੇ ਲਈ ਵਚਨ ਦੇ ਵਿੱਚ ਜੁੜੇ ਰਹੋ ਤਾਂ ਕਿ ਪਰਮੇਸ਼ਵਰ ਜਦੋਂ ਆਵੇ ਤਾਂ ਉਹ ਆਪ ਨੂੰ ਆਪਣੇ ਨਾਲ ਲੈ ਲਵੇ। ਪ੍ਰਭੂ ਆਪ ਨੂੰ ਇਸ ਵਚਨ ਦੇ ਨਾਲ ਬਰਕਤ ਦੇਵੇ। ਜੈ ਮਸੀਹ ਦੀ। ਮਰਾਨਾਥਾ।